ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਤਜ ਆਪ ਬਿਨਸੀ, ਤਾਪ ਰੇਣ ਸਾਧੂ ਥੀਓ। ਤਿਸਹਿ ਪ੍ਰਾਪਤ ਨਾਮ ਤੇਰਾ, ਕਰ ਕਿਰਪਾ ਜਿਸ ਦੀਓ। ਤਜ ਆਪ ਬਿਨਸੀ, ਤਾਪ ਰੇਣ ਸਾਧੂ ਥੀਓ। ਤਿਸਹਿ ਪ੍ਰਾਪਤ ਨਾਮ ਤੇਰਾ, ਕਰ ਕਿਰਪਾ ਜਿਸ ਦੀਓ। ਮੇਰੇ ਮਨ ਨਾਮ ਅੰਮ੍ਰਿਤ ਪੀਓ, ਆਨ ਸਾਧ ਵਿਸਾਰ ਹੋਸ਼ੇ। ਅਮਰ ਜੁਗ ਜੁਗ ਜੀਓ ਰਹਾਉ। ਨਾਮ ਇਕ ਰਸ ਰੰਗ ਨਾਮਾ, ਨਾਮ ਲਾਗੀ ਲੀਓ। ਮੀਤ ਸਾਜਨ ਸਖਾ ਬੰਦਪ, ਹਰ ਏਕ ਨਾਨਕ ਕੀਓ। ਨਾਮ ਇਕ ਰਸ ਰੰਗ ਨਾਮਾ, ਨਾਮ ਲਾਗੀ ਲੀਓ। ਮੀਤ ਸਾਜਨ ਸਖਾ ਬੰਦਪ, ਹਰ ਏਕ ਨਾਨਕ ਕੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਧੰਨ ਧੰਨ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਬਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਜਿੱਥੇ ਸਮਾਂ ਹੈ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਉੱਥੇ ਨਾਲ ਹੀ ਜੋ ਜੂਨ 84 ਘੱਲੂਘਾਰਾ ਜਿਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਭਾਈ ਅਮਰੀਕ ਸਿੰਘ ਜੀ, ਜਰਨਲ ਸਵੇਗ ਸਿੰਘ ਜੀ, ਹੋਰ ਅਨੇਕਾਂ ਸਿਰਲੱਥ ਯੋਧੇ ਜਿਹੜੇ ਸੂਰਮੇ ਸੀ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ, ਜਿਨ੍ਹਾਂ ਦੇ ਵਿੱਚ ਉਹ ਨਿਰਦੋਸ਼, ਜਿਨ੍ਹਾਂ ਦਾ ਬਿਲਕੁਲ ਕਸੂਰ ਨਹੀਂ ਸੀ, ਬਿਲਕੁਲ ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਭਾਵਨ, ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਗੁਰਪੁਰਬ ਸ਼ਹੀਦੀ ਗੁਰਪੁਰਬ ਨੂੰ ਮਨਾਉਣ ਹਿੱਤ ਸੰਗਤਾਂ ਇਕੱਤਰ ਹੋਈਆਂ ਸਨ, ਜਿਹਦੇ ਵਿੱਚ ਜ਼ਾਲਮਾਂ ਨੇ ਛੋਟੇ ਛੋਟੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਵੀ ਸ਼ਹੀਦ ਕੀਤਾ। ਬੜਾ ਜ਼ੁਲਮ ਢਾਣਾ ਕੀਤਾ। ਅਤੇ ਅੱਜ 5 ਤਰੀਕ ਹੈ। ਅੱਜ ਦਾ ਦਿਨ ਜਿਸ ਨੇ ਸਾਰੀ ਹੀ ਬਿਉਂਤਬੰਦੀ ਕੀਤੀ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਰਹਿਨੁਮਾਈ ਵਿੱਚ ਜੋ ਜਿੰਨੀ ਵੀ ਅੰਦਰ ਬਿਉਂਤਬੰਦੀ ਕੀਤੀ ਸੀ, ਉਹ ਸੀ ਜਰਨਲ ਸਵੇਗ ਸਿੰਘ। ਅੱਜ ਭਾਈ ਜਰਨਲ ਸਵੇਗ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ ਸੀ, ਕਿਉਂਕਿ ਇਹ ਉਹੀ ਜਰਨਲ ਸਵੇਗ ਸਿੰਘ ਹਨ ਜਿਨ੍ਹਾਂ ਹਿੰਦੁਸਤਾਨ ਦੇ ਲਈ ਪਹਿਲਾਂ ਵੱਡੀਆਂ ਵੱਡੀਆਂ ਜੰਗਾਂ ਯੁੱਧਾਂ ਜਿੱਤਣਾ ਕੀਤੀਆਂ ਸਨ। ਇੱਥੋਂ ਤੱਕ ਬੰਗਲਾਦੇਸ਼ ਜੈਸੇ ਜਿਹੜੇ ਜਿੱਥੇ ਵੱਡੇ ਵੱਡੇ ਸੂਰਮੇ ਸੀ, ਸੈਨਾ ਦੇ ਹੱਥ ਖੜੇ ਕਰਾ ਦਿੱਤੇ ਸਨ। ਉਹੀ ਜਰਨਲ ਸਵੇਗ ਸਿੰਘ ਹਨ ਜਿਹਦੇ ਕਰਕੇ ਹਿੰਦੁਸਤਾਨ ਨੂੰ ਜਿੱਤ ਪ੍ਰਾਪਤ ਹੋਈ ਸੀ। ਪਰ ਸਮਾਂ ਇਹੋ ਜਿਹਾ ਚੱਲਿਆ ਕਿ ਜਰਨਲ ਸਵੇਗ ਸਿੰਘ ਨੇ ਜਿਨ੍ਹਾਂ ਆਪਣੀ ਬਹਾਦਰੀ ਦੇ ਕਰਤੱਵ ਦਿਖਾਣਾ ਕੀਤੇ ਸੀ, ਸਮਾਂ ਆਉਣ 'ਤੇ ਗੁਰੂ ਸਵਾਰੇ ਇਹਦੇ ਉੱਤੇ ਦੋਸ਼ ਲਾ ਕੇ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਕਿਉਂਕਿ ਇੱਕ ਸਿੱਖ ਸੂਰਮਾ ਸੀ। ਜਦੋਂ ਦਾ ਭਾਰਤ ਦੇਸ਼ ਆਜ਼ਾਦ ਹੋਇਆ, ਜਦੋਂ ਹਿੰਦੁਸਤਾਨ ਦੀ ਵੰਡ ਹੋਈ ਹੈ, ਇੱਕ ਪਾਕਿਸਤਾਨ ਬਣਿਆ, ਜਦੋਂ ਅੰਗਰੇਜ਼ ਆਖਦਾ ਕਿ ਭਾਈ ਤੁਸੀਂ ਵੀ ਆਪਣਾ ਹਿੱਸਾ ਲੈਣਾ ਕਰੋ, ਤੁਹਾਨੂੰ ਵੀ ਅਸੀਂ ਖਾਲਸਾ ਦਿੰਦੇ ਹਾਂ, ਅਤੇ ਉਦੋਂ ਗੁਰੂ ਸਵਾਰੇ ਸਾਡੇ ਜਿਹੜੇ ਵੱਡੇ ਸਨ ਉਹਨਾਂ ਨੇ ਸੰਧੀ ਕਰਨਾ ਕੀਤੀ। ਨਹਿਰੂ ਜੈਸਿਆਂ ਨੇ ਆਖਣਾ ਕੀਤਾ ਕਿ ਨਹੀਂ, ਅਸੀਂ ਹਿੰਦੂ ਸਿੱਖ ਭਰਾ ਭਰਾ ਹਨ, ਅਸੀਂ ਇਸ ਤਰ੍ਹਾਂ ਵੰਡ ਨਹੀਂ ਕਰਨੀ ਹੈ। ਅਤੇ ਉਦੋਂ ਸਾਡੇ ਜਿਹੜੇ ਵੱਡੇ ਸਨ ਇਹਨਾਂ ਦੀਆਂ ਗੱਲਾਂ ਵਿੱਚ ਆਏ। ਪਰ ਜਦੋਂ ਦੇਸ਼ ਆਜ਼ਾਦ ਹੋਇਆ, ਆਜ਼ਾਦ ਹੋਣ ਤੋਂ ਬਾਅਦ ਜਿਹੜੇ ਜਿੰਨੇ ਵੀ ਵਾਅਦੇ ਕੀਤੇ ਹੋਏ ਸੀ,
कि ये वादा किया कि सिख एक वक्री कौम है, ਜਿਹੜੇ ਸਿੱਖਾਂ ਨੂੰ ਜਿਹੜਾ ਆਨੰਦ ਮੈਰਿਜ ਐਕਟ ਹੈ ਇਹ ਤਿਆਰ ਕੀਤਾ ਜਾਵੇ। ਅਤੇ ਜਦੋਂ ਗੁਰੂ ਸਵਾਰੇ ਉੱਪਰ ਜੋ 2-3 ਮਹੀਨੇ ਬਤੀਤ ਹੋਏ, 2-3 ਮਹੀਨਿਆਂ ਬਾਅਦ ਇਹੀ ਜਿਹੜੀ ਹਿੰਦੂ ਕੌਮ ਸੀ ਇਹਨਾਂ ਨੇ ਗੁਰੂ ਸਰ ਉਸ ਸਮੇਂ ਆਪਣੇ ਵਾਅਦੇ 'ਤੇ ਮੁਨਕਰ ਹੋ ਗਏ। ਸਿੱਖਾਂ ਨੂੰ ਖਾੜਕੂ ਕਹਿਣ ਲੱਗ ਪਏ, ਸਿੱਖਾਂ ਨੂੰ ਫਿਰ ਅੱਤਵਾਦੀ ਕਹਿਣ ਲੱਗ ਪਏ। ਇਹੋ ਜਿਹੇ ਤੋਹਮਤਾਂ ਲਾਣਾ ਕਿ ਪਹਿਲਾਂ ਤੋਂ ਹੀ ਜਿਹੜੇ ਸਿੱਖ ਨੇ ਹਕੂਮਤਾਂ ਦੀ ਨਿਗਾਹ ਵਿੱਚ ਰੜਕਦੇ ਨੇ। ਕਿਉਂਕਿ ਜੇਕਰ ਆਪਾਂ ਗੱਲ ਕਰੀਏ 3 ਘੱਲੂਘਾਰੇ ਜੋ ਸਿੱਖ ਕੌਮ ਦੇ ਘੱਲੂਘਾਰੇ ਦਾ ਮਤਲਬ ਘੇਰ ਕੇ ਖਤਮ ਕਰਨਾ, ਇਸ ਤਰ੍ਹਾਂ ਦਾ ਹਮਲਾ ਕਰਨਾ, ਮਾਨੋ ਕੌਮ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਣਾ। 3 ਘੱਲੂਘਾਰੇ ਹੋਏ ਨੇ। ਕਾਹਨੂੰਵਾਲ ਵਾਲਾ ਸਭ ਤੋਂ ਪਹਿਲਾ ਘੱਲੂਘਾਰਾ, ਜਿਹਦੇ ਵਿੱਚ ਸਤਿਗੁਰਾਂ ਦੇ ਬਹੁਤ ਸਾਰੇ ਸਿੱਖ ਕੌਮ ਦੇ ਜਿਹੜੇ ਸੂਰਮੇ ਸ਼ਹੀਦ ਹੋਏ ਨੇ। ਉਹ ਹੋਇਆ ਸੀ 1746 ਈਸਵੀ ਨੂੰ। ਫਿਰ ਦੂਜਾ ਜਿਹੜਾ ਵੱਡਾ ਘੱਲੂਘਾਰਾ ਜਿਹਨੂੰ ਆਪਾਂ ਆਪਣੇ ਨੇੜੇ ਕੋਪਰ ਹੀੜਾ, ਜਿੱਥੇ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ ਸੀ, ਤਕਰੀਬਨ 35,000 ਦੇ ਕਰੀਬ ਜਿਹੜੇ ਸੂਰਮੇ ਸਨ ਸਿੱਖ ਕੌਮ ਦੇ, ਉਹਨਾਂ ਵਿੱਚੋਂ ਬਜ਼ੁਰਗ ਵੀ ਸੀ, ਬੱਚੇ ਵੀ ਸੀ, ਨੌਜਵਾਨ ਵੀ ਸਨ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਜਿਹੜਾ ਇਹ 84 ਵੇਲੇ ਦੁਖਾਂਤ ਵਰਤੇ ਆ, ਇਹ ਤੀਸਰਾ ਘੱਲੂਘਾਰਾ। ਇਸ ਘੱਲੂਘਾਰੇ ਦੇ ਵਿੱਚ ਜਦੋਂ, ਕਿਉਂਕਿ ਜਰਨਲ ਸਵੇਗ ਸਿੰਘ ਦੀ ਗੱਲ ਚੱਲ ਰਹੀ ਹੈ, ਜਰਨਲ ਸਵੇਗ ਸਿੰਘ ਐਸਾ ਸਿਰਲੱਥ ਯੋਧਾ ਸੀ, ਇੰਦਰਾ ਗਾਂਧੀ ਦੀ ਹਾਂ ਵਿੱਚ ਹਾਂ ਨਹੀਂ ਮਿਲਾਣਾ ਕੀਤੀ, ਜਿਸ ਕਰਕੇ ਜਰਨਲ ਸਵੇਗ ਸਿੰਘ ਉੱਤੇ ਇੱਕ ਤੋਹਮਤ ਲਾਈ ਗਈ। ਤੋਹਮਤ ਕੀ ਲਾਈ ਗਈ ਸੀ? ਕਿਸੇ ਨੇ ਗਿਫਟ ਵਿੱਚ ਨੂੰ ਵਧੀਆ ਘੜੀ ਦੇਣਾ ਕੀਤੀ। ਉਸ ਘੜੀ ਦੇ ਦੋਸ਼ ਦੇ ਵਿੱਚ ਜਰਨਲ ਸਵੇਗ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਡਿਊਟੀ ਤੋਂ। ਇੱਕ ਪਾਸੇ ਉਹ ਸੂਰਮਾ ਜਿਹਨੇ ਗੁਰੂ ਸਵਾਰੇ ਉਹ ਵੱਡੀਆਂ ਵੱਡੀਆਂ ਜੰਗਾਂ ਯੁੱਧਾਂ ਲੜਨਾ ਕੀਤੀਆਂ, ਜਿੱਤ ਪ੍ਰਾਪਤ ਹੋਈ, ਅਖੀਰਲੇ ਵੇਲੇ ਉਹਨੂੰ ਇਹ ਇਨਾਮ ਦੇਣਾ ਕੀਤਾ। ਮਨ ਨੂੰ ਬੜੀ ਸੱਟ ਲੱਗੀ ਹੈ ਅਤੇ ਸਮਾਂ ਆਇਆ ਕੁਦਰਤੀ ਤੌਰ 'ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਲਾਇਆ ਹੋਇਆ ਸੀ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਪਹੁੰਚੇ। ਮਿਲਾਪ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸਥਾਨ ਵਿਖੇ ਨਤਮਸਤਕ ਹੋਏ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੰਤਾਂ ਜੀ ਕੋਲ ਪਹੁੰਚੇ ਨੇ ਅਤੇ ਸੰਤਾਂ ਦੇ ਬਚਨ ਸੁਣੇ। ਅਤੇ ਬਚਨ ਸੁਣ ਕੇ ਗੁਰੂ ਸਰ ਐਸੇ ਪ੍ਰਭਾਵਿਤ ਹੋਏ ਕਿ ਮਾਨੋ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਇਹ ਇਸੇ ਧਰਮ ਯੁੱਧ ਮੋਰਚੇ ਸ਼ਾਮਲ ਹੋ ਗਏ। ਅਤੇ ਮਹਾਂਪੁਰਖਾਂ ਨੇ ਜਦੋਂ ਵੀ ਬਚਨ ਕਰਨੇ, ਕਿਉਂਕਿ ਇੱਥੇ ਵੱਡੇ ਵੱਡੇ ਸੂਰਮੇ ਸਿੰਘ ਮਹਾਂਪੁਰਖਾਂ ਕੋਲ ਆ ਕੇ ਇਕੱਤਰ ਹੁੰਦੇ ਸੀ, ਅਤੇ ਉਦੋਂ ਮਹਾਂਪੁਰਖਾਂ ਨੇ ਹੱਕ ਸੱਚ ਦੀ ਗੱਲ ਕਰਨੀ ਹੈ। ਹੁਣ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਐਸੇ ਸੀ, ਆਮ ਤੌਰ 'ਤੇ ਜਿਹੜੇ ਆਪਾਂ ਉਹ ਅਜੋਕੇ ਸਮੇਂ ਦੇ ਸੰਤਾਂ ਦੀ ਗੱਲ ਕਰੀਏ ਨਾ, ਉਹ ਬਾਹਰੋਂ ਕੁਝ ਹੋਰ ਨੇ ਅਤੇ ਅੰਦਰੋਂ ਕੁਝ ਹੋਰ ਹਨ। ਬਾਹਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਹਨ। ਪਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਜਿਹੋ ਜਿਹੇ ਅੰਦਰੋਂ ਸਨ, ਉਹੋ ਜਿਹੇ ਬਾਹਰੋਂ ਸੀ। ਗੁਰੂ ਸਵਾਰੇ ਜੋੜਾਂ ਦੇ ਅੰਦਰ ਸੀ, ਉਹੀ ਬਾਹਰ ਸੀ। ਬਿਲਕੁਲ ਮਿਲਾਵਟ ਨਹੀਂ ਸੀ, ਬਿਲਕੁਲ ਸ਼ੁੱਧ ਸੀ। ਜਿਸ ਕਰਕੇ ਜੋ ਬਚਨ ਕਰਦੇ ਸੀ, ਕਿਉਂਕਿ ਆਪਾਂ ਜਦੋਂ ਆਪਾਂ ਸੁਣਦੀਆਂ ਸਪੀਚਾਂ, ਉਹ ਕਹਿੰਦੇ ਸੀ ਕਿ ਜਿਉਂਦਿਆਂ ਜੀ ਇਸ ਸਰੀਰ ਨੂੰ ਕੋਈ ਹੱਥ ਨਹੀਂ ਲਾ ਸਕਦਾ, ਮਰਨ ਤੋਂ ਬਾਅਦ ਇਹ ਸਰੀਰ ਡੈੱਡ ਬੋਡੀ ਹੈ, ਮੁਰਦਾ ਹੈ, ਚਾਹੇ ਇਹਨੂੰ ਕੋਈ ਘੜੀਸੇ, ਚਾਹੇ ਕੋਈ ਸਾੜੇ, ਕੋਈ ਫਰਕ ਨਹੀਂ ਪੈਂਦਾ ਹੈ। ਅਤੇ ਉਹ ਬਚਨ ਸਤ ਕਰਕੇ ਬਖਲਾਏ ਨੇ। ਅਤੇ ਜਰਨਲ ਸਵੇਗ ਸਿੰਘ ਜਦੋਂ ਸੰਗਤ ਪ੍ਰਾਪਤ ਹੋਈ ਮਹਾਂਪੁਰਖਾਂ ਦੀ, ਅਤੇ ਮਨ ਵਿੱਚ ਗੁਰੂ ਸਵਾਰੇ ਅਬ ਜੂਝਨ ਕੋ ਦਾਓ, ਇਹ ਚਾਅ ਪੈਦਾ ਹੋ ਗਿਆ ਕਿ ਹੁਣ ਪਹਿਲਾਂ ਆਪਣੇ ਦੇਸ਼ ਲਈ ਲੜਨਾ ਕੀਤਾ, ਪਰ ਜਿਨ੍ਹਾਂ ਲਈ ਲੜਨਾ ਕੀਤਾ ਸੀ ਉਹਨਾਂ ਨੇ ਹੀ ਮੇਰੇ ਉੱਤੇ ਤੋਹਮਤਾਂ ਲਾਣਾ ਕੀਤੀਆਂ ਨੇ।
ਹੁਣ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਮੈਂ ਆਪਣੀ ਕੌਮ ਦੇ ਲਈ ਸ਼ਹਾਦਤ ਦਾ ਜਾਮ ਪੀਣਾ ਕਰਾਂ, ਕੌਮ ਲਈ ਜੂਝਣਾ ਕਰਾਂ, ਤਾਂ ਕਿ ਜੇ ਮੈਂ ਕੌਮ ਲਈ ਜੂਝਾਂਗਾ, ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਦੇ ਅਨੇਕਾਂ ਸਿੰਘ ਸੂਰਮੇ ਸ਼ਹੀਦ ਹੋਏ ਨੇ, ਉਹਨਾਂ ਸ਼ਹੀਦਾਂ ਦੀ ਲਿਸਟ ਵਿੱਚ ਮੇਰਾ ਨਾਮ ਵੀ ਦਰਜ ਹੋ ਜਾਵੇਗਾ। ਜਦੋਂ ਹੁਣ ਭਾਰਤ ਦੀਆਂ ਫੌਜਾਂ ਨੇ ਤੇ ਗੁਰੂ ਸਵਾਰੇ ਪੂਰੇ ਪੰਜਾਬ ਨੂੰ ਸੀਲ ਕਰ ਦਿੱਤਾ, ਹਿਮਾਚਲ ਦਾ ਬਾਰਡਰ, ਸ਼੍ਰੀਨਗਰ ਦਾ ਬਾਰਡਰ, ਹਰਿਆਣੇ ਦਾ ਬਾਰਡਰ, ਇਹ ਸਾਰੇ ਬੰਦ ਕੀਤੇ ਗਏ। ਬਹੁਤ ਸਾਰੀਆਂ ਫੌਜਾਂ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚ ਗਈਆਂ। ਉਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖ ਤੇ ਜਰਨਲ ਸਵੇਗ ਸਿੰਘ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਹੋਰ ਅਨੇਕਾਂ ਸਿਰਲੱਥ ਯੋਧੇ ਸੂਰਮੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਪਰਲੀ ਮੰਜ਼ਿਲ ਉੱਤੇ ਬੈਠੇ ਹੋਏ ਨੇ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖਾਂ ਨੇ, ਕਹਿੰਦੇ ਨੇ, ਉਸ ਸਮੇਂ ਆਪਣੇ ਕੋਲ ਬਹੁਤ ਸਾਰੇ ਸਿਰਪਾਓ ਰੱਖੇ ਹੋਏ ਨੇ, ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ। ਕਹਿਣ ਲੱਗੇ, ਭਾਈ ਹੁਣ ਸਮਾਂ ਆ ਗਿਆ ਹੈ, ਹਿੰਦ ਦੀਆਂ ਫੌਜਾਂ ਨੇ ਹਮਲਾ ਕਰਨਾ ਹੈ, ਜਿਹਦੇ ਵਿੱਚ ਅਸੀਂ ਸ਼ਹਾਦਤ ਦਾ ਜਾਮ ਪੀਣਾ ਹੈ। ਜਿਨ੍ਹਾਂ ਨੂੰ ਆਪਣੀਆਂ ਜਾਨਾਂ ਪਿਆਰੀਆਂ ਨੇ, ਪਰਿਵਾਰ ਨਾਲ ਮੋਹ ਹੈ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਆਖਿਆ, ਕਹਿਣ ਲੱਗੇ, ਉਹ ਇੱਥੋਂ ਨਿਕਲ ਸਕਦੇ ਨੇ, ਜਾ ਸਕਦੇ ਨੇ, ਅਸੀਂ ਉਹਨਾਂ ਨੂੰ ਬੜੇ ਸਤਿਕਾਰ ਨਾਲ ਭੇਜਾਂਗੇ, ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਗੱਲ ਬੱਕੜੀ ਵਿੱਚ ਲੈ ਕੇ ਭੇਜਾਂਗੇ, ਬਿਲਕੁਲ ਗੁੱਸੇ ਨਹੀਂ ਹੋਵਾਂਗੇ, ਪਰ ਜਾਣ ਲਈ ਤਿਆਰ ਹੋ ਜਾਣਾ। ਤੇ ਇਹ ਸਾਰੀ ਘਟਨਾ ਜਰਨਲ ਸਵੇਗ ਸਿੰਘ ਆਪਣੇ ਨੇਤਰਾਂ ਨਾਲ ਦੇਖ ਰਿਹਾ ਤੇ ਕੰਨਾਂ ਨਾਲ ਸੁਣ ਵੀ ਰਿਹਾ, ਸਭ ਕੁਝ ਦੇਖਿਆ। ਤੇ ਕਹਿੰਦੇ, ਭਾਈ ਅਮਰੀਕ ਸਿੰਘ ਜੀ ਜੋ ਫੈਡਰੇਸ਼ਨ ਦੇ ਪ੍ਰਧਾਨ ਸੀ, ਭਾਈ ਅਮਰੀਕ ਸਿੰਘ ਨੂੰ ਆਖਿਆ ਕਿ ਅਮਰੀਕ ਸਿੰਘਾ, ਜੇ ਤੂੰ ਜਾਣਾ ਚਾਹੁੰਦਾ ਜਾ ਸਕਦਾ ਹੈ। ਭਾਈ ਅਮਰੀਕ ਸਿੰਘ ਨੇ ਉਸ ਸਮੇਂ ਫਿਰ ਬਚਨ ਕੀਤੇ। ਕਹਿਣ ਲੱਗੇ, ਸੰਤ ਜੀ, ਇਸ ਘੜੀ ਦੀ ਉਡੀਕ ਲਈ ਤਾਂ ਕਾਫੀ ਸਮਾਂ ਮੈਨੂੰ ਲੱਗ ਗਿਆ ਕਿ ਕਦੋਂ ਇਹ ਘੜੀ ਆਵੇ ਕਿ ਜਦੋਂ ਮੈਂ ਆਪਣੇ ਕੌਮ ਦੇ ਲਈ ਸ਼ਹਾਦਤ ਦਾ ਜਾਮ ਪੀਵਾਂ। ਜੇ ਇੱਥੋਂ ਮੈਂ ਚਲਿਆ ਗਿਆ ਫਿਰ ਵੀ ਕਿਹੜਾ ਬਾਹਰ ਮੈਂ ਬਚ ਜਾਣਾ ਹੈ, ਗਲੀਆਂ ਨੁੱਕੜਾਂ ਵਿੱਚ ਮੈਨੂੰ ਮਾਰ ਦਿੱਤਾ ਜਾਵੇਗਾ। ਜੇ ਮੈਂ ਇੱਥੇ ਰਹਿ ਕੇ ਆਪਣੀ ਕੌਮ ਲਈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਲਈ ਮੈਂ ਜੂਝਣਾ ਕਰਾਂ, ਤੇ ਮੇਰੇ ਮਨ ਵਿੱਚ ਬਹੁਤ ਵੱਡਾ ਉਤਸ਼ਾਹ ਹੋਵੇਗਾ। ਇੱਕ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਵਨ ਸਥਾਨ, ਸਾਡਾ ਸ਼੍ਰੋਮਣੀ ਤਖਤ ਸ਼੍ਰੀ ਅਕਾਲ ਤਖਤ ਸਾਹਿਬ, ਦੂਜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ, ਉਸ ਅਸਥਾਨ 'ਤੇ ਮੈਂ ਸ਼ਹਾਦਤ ਦਾ ਜਾਮ ਪੀਵਾਂ, ਮੇਰੇ ਲਈ ਇਹ ਸਭ ਤੋਂ ਵੱਡੀ ਗੱਲ ਹੈ। ਜਰਨਲ ਸਵੇਗ ਸਿੰਘ, ਜਦੋਂ ਸੰਤ ਜੀ ਨੇ ਇਹ ਆਖਿਆ ਕਿ ਜਿਹੜਾ ਜਾਣਾ ਚਾਹੁੰਦਾ ਜਾ ਸਕਦਾ ਹੈ, ਤੇ ਸਾਰੇ ਸਿੰਘਾਂ ਨੇ ਬੁਲੰਦ ਆਵਾਜ਼ ਵਿੱਚ ਗੁਜ਼ਾਰੇ ਗਜਾਏ ਨੇ। ਤੇ ਇਸ ਸਮੇਂ ਜਿਵੇਂ ਗੁਰੂ ਸਵਾਰੇ ਪਹਿਲੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਨੇ ਸੰਤ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਜਦੋਂ ਗੋਲਵਾੜ ਦੇ ਚੱਪੜ ਜੀ ਦੇ ਇਸ ਤਰ੍ਹਾਂ ਗੁਰੂ ਸਾਹਿਬ ਯੁੱਧ ਹੋਇਆ ਸੀ, ਜਦੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲੱਗੇ, ਤਰਨ ਤਾਰਨ ਸਾਹਿਬ ਤੋਂ ਚੱਲੇ ਸਨ ਇਸ਼ਨਾਨ ਕਰਕੇ, ਤੇ ਉਦੋਂ ਵੀ ਪਹਿਲੇ ਮੁਖੀ ਨੇ ਵੀ ਇਸੇ ਤਰ੍ਹਾਂ ਧਰਤੀ ਉੱਤੇ ਲਕੀਰ ਖਿੱਚੀ ਸੀ, ਲਕੀਰ ਖਿੱਚੀ ਸੀ ਖੰਡੇ ਦੇ ਨਾਲ ਕਿ ਜਿਹਨੂੰ ਆਪਣੀਆਂ ਜਾਨਾਂ ਪਿਆਰੀਆਂ ਨੇ, ਪਰਿਵਾਰ ਪਿਆਰਾ ਹੈ, ਬੱਚੇ ਪਿਆਰੇ ਨੇ, ਉਹ ਇਸ ਤੋਂ ਵਾਪਸ ਮੁੜ ਸਕਦੇ ਨੇ। ਜਿਨ੍ਹਾਂ ਦੇ ਮਨ ਜੂਝਣ ਦਾ ਚਾਹ ਹੈ ਕਿ ਮਰੋਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਰ, ਤੇ ਫਿਰ ਉਹ ਇਸ ਲਕੀਰ ਨੂੰ ਪਾਰ ਕਰ ਜਾਵੇ। ਤੇ ਉਦੋਂ ਵੀ ਗੁਰੂ ਸਵਾਰੇ ਉਹ ਸਿੰਘਾਂ ਨੇ ਬੋਲੇ ਸੋ ਨਿਹਾਰ, ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾਏ ਸਨ, ਉਸ ਲਕੀਰ ਨੂੰ ਪਾਰ ਕਰ ਗਏ ਸੀ। ਅੱਜ ਜੂਨ 1984 ਦੇ ਵਿੱਚ ਵੀ ਇਹੀ ਘਟਨਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਂਪੁਰਖਾਂ ਨਾਲ ਵਾਪਰੀ ਹੈ। ਜਦੋਂ ਉਹਨਾਂ ਨੇ ਬਚਨ ਕੀਤੇ ਕਿ ਭਾਈ ਤੁਸੀਂ ਜੇ ਜਾਣਾ ਸਕਦੇ ਚਲੇ ਜਾਵੋ,
ਅਸੀਂ ਮੁੱਠੀ ਪਰ ਸਿੰਘ ਜੂਝਾਂਗੇ, ਜਿਉਂਦਿਆਂ ਜੀ ਲੜਦੇ ਰਹਾਂਗੇ ਤੇ ਸ਼ਹਾਦਤ ਦਾ ਜਾਮ ਪੀ ਜਾਵਾਂਗੇ। ਤੇ ਉਦੋਂ ਫਿਰ ਸਿੰਘਾਂ ਨੇ ਉਸ ਸਮੇਂ ਵੱਡੇ ਵੱਡੇ ਬੁਲੰਦ ਆਵਾਜ਼ ਗੁਜ਼ਾਰੇ ਜਾਣਾ ਕੀਤੇ। ਕਹਿੰਦੇ ਨੇ ਜਰਨਲ ਸਵੇਗ ਸਿੰਘ ਆਪਣੇ ਨੇਤਰਾਂ ਨਾਲ ਸਭ ਕੁਝ ਦੇਖ ਰਿਹਾ ਤੇ ਨੇਤਰਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ। ਹੰਝੂ ਡਿੱਗੇ ਨੇ। ਹੰਝੂ ਡਿੱਗਦਿਆਂ ਹੋਇਆਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਆਖਣ ਲੱਗਿਆ, ਕਹਿਣ ਲੱਗਿਆ, ਮਹਾਂਪੁਰਖੋ, ਦਾਸ ਨੇ ਭਾਰਤ ਦੇ ਲਈ ਵੱਡੇ ਵੱਡੇ ਯੁੱਧ ਲੜਨਾ ਕੀਤੇ, ਵੱਡੀਆਂ ਵੱਡੀਆਂ ਜੰਗਾਂ ਆਪਣੇ ਨੇਤਰਾਂ ਨਾਲ ਦੇਖਣਾ ਕੀਤੀਆਂ। ਜਦੋਂ ਯੁੱਧ ਹੁੰਦਾ, ਦੁਸ਼ਮਣ ਦਲ ਚੜ੍ਹ ਕੇ ਆਉਂਦਾ ਹੈ ਤੇ ਉਦੋਂ ਜਦੋਂ ਅਸੀਂ ਕਿਸੇ ਮੁਹਿੰਮ ਉੱਤੇ ਜਾਂਦੇ ਨੇ, ਅਸੀਂ ਆਪਣੇ ਫੌਜੀਆਂ ਦੀਆਂ ਛੁੱਟੀਆਂ ਬੰਦ ਕਰ ਦਿੰਦੇ ਹਾਂ। ਜਿਹੜੇ ਸਾਡੇ ਫੌਜੀ ਘਰ ਵਿੱਚ ਗਏ, ਛੁੱਟੀ ਲੈ ਕੇ ਗਏ ਹੁੰਦੇ ਨੇ, ਉਹਨਾਂ ਨੂੰ ਤਾਰ ਪਾ ਕੇ, ਚਿੱਠੀ ਪਾ ਕੇ ਉਹਨਾਂ ਨੂੰ ਵਾਪਸ ਸੱਦਿਆ ਜਾਂਦਾ ਏ। ਪਰ ਪਹਿਲੀ ਵਾਰੀ ਦੇਖਣਾ ਕੀਤਾ ਕਿ ਆਪ ਜੀ ਜਿੱਥੇ ਕਹਿ ਰਹੇ ਹੋ ਕਿ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਵੋ, ਜਿਹੜਾ ਜਾਣਾ ਚਾਹੁੰਦਾ ਚਲਿਆ ਜਾਵੇ, ਅਸੀਂ ਉਹਨੂੰ ਸਿਰਪਾਓ ਦੇ ਕੇ ਗੱਲ ਬੱਕੜੀ ਵਿੱਚ ਲੈ ਕੇ ਪਿਆਰ ਨਾਲ ਭੇਜਾਂਗੇ, ਕੋਈ ਗਿਲਾ ਸ਼ਿਕਵਾ ਨਹੀਂ ਹੋਵੇਗਾ। ਕਹਿਣ ਲੱਗਿਆ, ਬਸ ਇਹ ਹੈ, ਜਿੰਨੇ ਵੀ ਗੁਰੂ ਕੇ ਇੱਥੇ ਸਿਰਲੱਤ ਸੂਰਮੇ ਨੇ, ਸਾਰਿਆਂ ਦੇ ਮਨ ਜੂਝਣ ਦਾ ਚਾਅ ਹੈ। ਕਹਿਣ ਲੱਗੇ, ਸੰਤ ਜੀ, ਬੇਸ਼ੱਕ ਸਾਡੀ ਗਿਣਤੀ ਥੋੜ੍ਹੀ ਹੈ, ਅਸੀਂ ਅੰਤੋਂ ਸਵਾਸਾਂ ਤੱਕ ਜੂਝਦੇ ਰਹਾਂਗੇ, ਪਰ ਗੱਲ ਇਹ ਹੈ ਕਿ ਉੱਧਰ ਜਿਹੜੀ ਫੌਜ ਹੈ, ਹਿੰਦ ਦੀ ਫੌਜ ਹੈ, ਉਹ ਤਨਖਾਹ ਦੇ ਉੱਤੇ ਹੈ। ਉਹਨਾਂ ਨੂੰ ਪਤਾ ਹੈ ਸਾਨੂੰ ਜਦੋਂ ਜਿੱਤ ਪ੍ਰਾਪਤ, ਸਾਡੇ ਇੱਥੇ ਮਰਤਬੇ ਵਧਣਗੇ, ਸਾਡੀਆਂ ਤਨਖਾਹਾਂ ਡਬਲ ਹੋਣਗੀਆਂ। ਤੇ ਇੱਧਰ ਜਿਹੜੇ ਤੁਹਾਡੇ ਕੋਲ ਸੂਰਮੇ ਨੇ, ਇਹਨਾਂ ਦੇ ਮਨ ਚਾਅ ਹੈ, ਇਹਨਾਂ ਦਾ ਚਾਅ ਹੈ ਕਿ ਦੇਸ਼ ਵਾਵਰ ਮੋਹ ਇਹ ਸ਼ੁਭ ਕਰਮ ਤੇ ਕਬਹੂ ਨਾ ਟਰੋਂ, ਨਾ ਡਰੋ ਅਰਸੋਂ ਜਬ ਜਾਏ ਲੋਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਉਹਨਾਂ ਦੇ ਮਨ 'ਚ ਇਹ ਜੂਝਣ ਦਾ ਚਾਅ ਹੈ ਕਿ ਇਸ ਕਰਕੇ ਇਹ ਆਪਣੇ ਪੁਰਜਾ ਕਟਾ ਲੈਣਗੇ, ਪਰ ਮੈਦਾਨੇ ਜੰਗ ਨੂੰ ਛੱਡਣਗੇ ਨਹੀਂ। ਫਿਰ ਜਰਨਲ ਸਵੇਗ ਸਿੰਘ ਨੂੰ ਗੁਰੂ ਸਾਹਿਬ ਸਾਰੀ ਜ਼ਿੰਮੇਵਾਰੀ ਅੰਦਰ ਦਿੱਤੀ ਗਈ ਸੀ। ਜਿੰਨੀ ਵੀ ਉੱਥੇ ਅੰਦਰ ਬਿਉਂਤਮੰਦੀ ਬਣਾਈ ਗਈ ਹੈ, ਮੋਰਚੇ ਲਾਏ ਗਏ ਸਨ, ਉਹ ਜਰਨਲ ਸਵੇਗ ਸਿੰਘ ਵੱਲੋਂ ਲਾਏ ਗਏ ਸੀ। ਤੇ ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੂ ਹੋ ਕਿਵੇਂ ਫਿਰ 1 ਤਰੀਕ ਤੋਂ ਗੋਲੀਆਂ ਚੱਲਦੀਆਂ ਰਹੀਆਂ ਤੇ ਬਹੁਤ ਸਾਰੇ ਸੰਗਤਾਂ ਜਿਹੜੀਆਂ ਸਨ, ਸੰਗਤਾਂ ਨੂੰ ਅੰਦਰ ਕੈਦ ਕੀਤਾ ਗਿਆ, ਪਕੜ ਕੇ ਕੋਤਵਾਲੀ ਵਿੱਚ ਲਿਜਾਇਆ ਗਿਆ, ਜਿੱਥੇ ਗੁਰੂ ਸਵਾਰੇ ਇਹ ਸਿਰਲੱਤ ਸੂਰਮੇ ਯੋਧੇ ਸ਼ਹੀਦ ਹੋਏ ਨੇ। ਉੱਥੇ ਬਹੁਤ ਸਾਰੇ ਨਿਰਦੋਸ਼, ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਸੀ, ਵੀ ਜਿਹੜੇ ਸ਼ਰਧਾ ਭਾਵਨਾ ਰੱਖ ਕੇ ਗਏ ਸੀ, ਉਹਨਾਂ ਦੇ ਉੱਤੇ ਵੀ ਗੁਰੂ ਸਵਾਰੇ ਜ਼ੁਲਮ ਢਾਇਆ ਗਿਆ। 30-30 ਘੰਟੇ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ। ਛੋਟੇ ਛੋਟੇ ਬੱਚੇ ਜਦੋਂ ਕੁਰਲਾਉਂਦੇ ਨੇ, ਜੂਨ ਦੀ ਗਰਮੀ ਦੀ ਕਿੰਨੀ ਗਰਮੀ ਹੁੰਦੀ ਹੈ, ਉਹ ਕੁਰਲਾਉਂਦੇ ਨੇ, ਪਾਣੀ ਕਰਦੇ, ਬੁੱਲ੍ਹ ਸੁੱਕਦੇ ਨੇ, ਤੇ ਮਾਵਾਂ ਆਪਣੇ ਪਸੀਨੇ ਨੂੰ ਪੂੰਝ ਕੇ ਬੁੱਲ੍ਹਾਂ ਨਾਲ ਲਾਉਂਦੇ ਨੇ ਤਾਂ ਕਿ ਸਾਡੇ ਬੱਚੇ ਜਿਉਂਦੇ ਰਹਿ ਜਾਣ। ਜੇ ਗੁਰੂ ਸਵਾਰੇ ਕਿਸੇ ਸਿੱਖ ਨੇ ਪਾਣੀ ਮੰਗਿਆ ਕਿ ਪਾਣੀ ਦੇਵੋ, ਤੇ ਇਹਨਾਂ ਜ਼ਾਲਮਾਂ ਨੇ ਉਸ ਸਮੇਂ ਪਾਣੀ ਵਿੱਚ ਸਿਗਰਟਾਂ ਘੋਲ ਕੇ ਦੇਣਾ ਕੀਤੀਆਂ ਕਿ ਲੋ, ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਨੂੰ ਛਕਣਾ ਕਰੋ। ਆਪਾਂ ਪੜ੍ਹਦੇ ਹਾਂ ਨਾ, ਸੁਣਿਆ, ਇਤਿਹਾਸ ਪੜ੍ਹਿਆ ਵੀ ਹੈ ਕਿ ਨੇਜੀਆਂ ਵਿੱਚ ਪਰੋਏ ਗਏ। ਨੇਜੀਆਂ ਵਿੱਚ ਜਦੋਂ ਮੀਰ ਮਨੂੰ ਦਾ ਸਮਾਂ ਸੀ ਨਾ, ਮੀਰ ਮਨੂੰ ਨੇ ਵਾਢੀਆਂ ਪਾਈਆਂ ਸੀ, ਉਦੋਂ ਛੋਟੇ ਛੋਟੇ ਬੱਚਿਆਂ ਨੂੰ ਉਤਾਂਹ ਨੂੰ ਸੁੱਟਿਆ ਜਾਂਦਾ ਸੀ ਤੇ ਥੱਲੇ ਨੇਜੇ ਖੜੇ ਕੀਤੇ ਜਾਂਦੇ ਸੀ। ਉਹ ਬੱਚੇ ਥੱਲੇ ਆਉਂਦੇ ਸੀ, ਨੇਜਿਆਂ ਵਿੱਚ ਆ ਕੇ ਵੱਜਦੇ ਪਰੋਏ ਜਾਂਦੇ ਸਨ। ਤੇ ਉਹ ਘਟਨਾ ਦੁਹਰਾ ਦਿੱਤੀ ਗਈ ਜੂਨ 84 ਵੇਲੇ, ਕਿਉਂਕਿ ਉਦੋਂ ਨੇਜਿਆਂ ਵਿੱਚ ਪਰੋਏ ਗਏ ਸਨ। ਜਦੋਂ ਕਿਸੇ ਬੱਚੇ ਦੀ ਮਾਂ ਮਰੀ ਹੋਈ ਹੈ, ਸ਼ਹੀਦ ਹੋ ਗਈ ਹੈ, ਬੱਚਾ ਗੋਦੀ ਵਿੱਚ ਰੋ ਰਿਹਾ, ਕੁਰਲਾ ਰਿਹਾ ਛੋਟਾ ਬੱਚਾ, ਤੇ ਜ਼ਾਲਮ ਇਹ ਫੌਜੀ ਜਿਹੜੇ ਸਨ ਉਤਾਂਹ ਨੂੰ ਛਾਲ ਕੇ ਬੜੀ ਉੱਚੀ ਸੁੱਟਦੇ ਨੇ। ਜਦੋਂ ਬੱਚਾ ਥੱਲੇ ਨੂੰ ਆਉਂਦਾ ਤੇ ਨਾਲ ਗੋਲੀ ਚਲਾਉਂਦੇ, ਗੋਲੀ ਮਾਰ ਕੇ ਛੋਟੇ ਜਿਹੇ ਬੱਚੇ ਨੂੰ ਖਤਮ ਕੀਤਾ ਜਾ ਰਿਹਾ ਹੈ।
ਇੱਥੋਂ ਤੱਕ ਗੁਰੂ ਸਵਾਰਿਓ ਇੱਕ ਪਤੀ ਪਤਨੀ ਜਿਨ੍ਹਾਂ ਦੀ ਨਵੀਂ ਨਵੀਂ ਸ਼ਾਦੀ ਹੋਈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਵਿਖੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਹਿੱਤ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਹਿੱਤ ਉਹ ਸਤਿਗੁਰਾਂ ਦੇ ਪਾਵਨ ਸਥਾਨ ਵਿਖੇ ਪਹੁੰਚੇ ਸਨ। ਕਹਿੰਦੇ ਨੇ ਜਦੋਂ ਗੋਲੀਆਂ ਚੱਲ ਰਹੀਆਂ ਪ੍ਰਕਰਮਾਂ ਦੇ ਵਿੱਚ, ਉਸ ਸਮੇਂ ਇਹਦੀ ਪਤੀ ਨੂੰ ਉਹ ਗੋਲੀ ਲੱਗੀ ਹੈ। ਜਦੋਂ ਪਤੀ ਧਰਤੀ ਉੱਤੇ ਡਿੱਗਿਆ ਤੇ ਅੱਗੋਂ ਗੁਰੂ ਸਵਾਰਿਓ ਉਹ ਜਿਹੜੀ ਇਸਤਰੀ ਜਿਹੜੀ ਨਵਾਂ ਵਿਆਹ ਹੋਇਆ ਸੀ ਵਿਰਲਾਪ ਕਰਦੀ ਹੈ ਕਿ ਮੇਰਾ ਪਤੀ, ਮੈਂ ਆਪਣੇ ਘਰ ਜਾਵਾਂਗੀ, ਆਪਣੇ ਸੱਸ ਸਹੁਰੇ ਨੂੰ ਕੀ ਜਵਾਬ ਦੇਵਾਂਗੀ ਕਿ ਮੈਂ ਘਰੋਂ ਤਾਂ ਸੀ ਬੜੇ ਚਾਅ ਨਾਲ ਚਲੇ, ਇੱਥੇ ਮੈਂ ਆਪਣਾ ਸਿਰ ਦਾ ਸਾਈਂ, ਸਿਰ ਦਾ ਸੁਹਾਗ ਗਵਾ ਚੁੱਕੀ ਹਾਂ। ਕਹਿੰਦੇ ਉੱਚੀ ਉੱਚੀ ਰੋਣ ਲੱਗੀ, ਭੁੱਬਾ ਮਾਰ ਕੇ ਕੋਲ ਬੈਠੀ ਹੋਈ ਹੈ। ਐਨੇ 'ਚ ਨੇ ਗੋਲੀ ਛੂੰਕਦੀ ਹੋਈ ਹੋਰ ਆਈ ਹੈ, ਉਸ ਲੜਕੀ ਦੇ ਜਾ ਕੇ ਲੱਗੀ, ਉਹ ਲੜਕੀ ਵੀ ਥੈਂ 'ਤੇ ਖਤਮ ਹੋ ਗਈ। ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ। ਇੱਥੋਂ ਤੱਕ ਜਿਹੜੇ ਸਿੱਖ ਨੌਜਵਾਨ ਸੀ, ਸਿੱਖ ਨੌਜਵਾਨਾਂ ਨੂੰ ਗੁਰੂ ਸਾਹਿਬ ਪਕੜ ਲਿਆ ਗਿਆ। ਪਕੜ ਕੇ ਉਹਨਾਂ ਦੀਆਂ ਬਾਹਾਂ 'ਚ ਦਸਤਾਰਾਂ ਖੋਲ੍ਹ ਕੇ ਦਸਤਾਰਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨ੍ਹ ਦਿੱਤੀ, ਹੱਥ ਪੈਰ ਬੰਨ੍ਹੇਗੇ, ਹੱਥ ਬੰਨ੍ਹੇਗੇ ਅਤੇ ਤਪਦੇ ਹੋਏ ਸੰਖਮਰਮਰ ਦੇ ਪੱਥਰ ਉੱਤੇ ਧੁੱਪੇ ਗੁਰੂ ਸਾਹਿਬ ਨੂੰ ਨੰਗੇ ਕਰਕੇ ਧਰਤੀ ਦੇ ਉੱਤੇ ਗੁਰੂ ਸਾਹਿਬ ਲਟਾਇਆ ਗਿਆ ਗੋਡੀਆਂ ਦੇ ਭਾਰ। ਅਤੇ ਜਿਨ੍ਹਾਂ ਵਿੱਚੋਂ ਕਈ ਉਸ ਐਨੀ ਸੇਕ ਨੂੰ ਝੱਲ ਨਹੀਂ ਸਕੇ ਅਤੇ ਉੱਥੇ ਹੀ ਖਤਮ ਹੋ ਗਏ ਨੇ ਕਈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਜਦੋਂ ਹਿੰਦ ਦੀਆਂ ਫੌਜਾਂ ਨੇ ਗੁਰੂ ਸਵਾਰੇ ਜਦੋਂ ਇਸ ਤਰ੍ਹਾਂ ਹਮਲਾ ਕੀਤਾ ਹੈ, ਅੰਦਰੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਜਰਨਲ ਸਵੇਗ ਸਿੰਘ, ਭਾਈ ਅਮਰੀਕ ਸਿੰਘ, ਇਹਨਾਂ ਨੇ ਪੂਰੀ ਬਿਉਂਤਬੰਦੀ ਕੀਤੀ ਹੋਈ ਹੈ। ਕਹਿੰਦੇ ਨੇ ਜਦੋਂ ਹਮਲਾ ਕੀਤਾ ਗਿਆ, ਫੌਜਾਂ ਦੀ ਟੁਕੜੀ ਅੰਦਰ ਪ੍ਰਵੇਸ਼ ਹੋਈ ਹੈ ਅਤੇ ਐਸੀ ਅੰਦਰੋਂ ਗੋਲੀਆਂ ਦੇ ਮੀਂਹ ਵਰਖਿਆ ਕਿ ਮਾਨੋ ਜਿਹੜੇ ਹਿੰਦ ਦੀਆਂ ਫੌਜਾਂ ਦੇ ਨਾਲ ਕਿਸੇ ਦੀਆਂ ਗਿੱਟੇ ਭੰਨੇ ਗਏ, ਲੱਤਾਂ ਭੰਨੀਆਂ ਗਈਆਂ ਅਤੇ ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਵੱਡਾ ਨੁਕਸਾਨ ਹਿੰਦ ਦੀਆਂ ਫੌਜਾਂ ਦਾ ਹੋ ਗਿਆ। ਜਿਹੜੇ ਆਖਦੇ ਸੀ ਕਿ ਆਪਾਂ ਕੁਝ ਸਮੇਂ ਦੇ ਵਿੱਚ ਹੀ ਅਸੀਂ ਜਿੱਤ ਪ੍ਰਾਪਤ ਕਰ ਲਵਾਂਗੇ, ਹਰਿਮੰਦਰ ਸਾਹਿਬ ਉੱਤੇ ਆਪਾਂ ਹਮਲਾ ਕਰਕੇ 2-3 ਘੰਟਿਆਂ ਵਿੱਚ ਸਾਰਾ ਸਰ ਕਰਕੇ ਅਤੇ ਅੰਦਰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾ ਦੇਵਾਂਗੇ। ਅਤੇ ਉਹਨਾਂ ਨੂੰ ਗੁਰੂ ਸਵਾਰੇ 1 ਤਰੀਕ ਤੋਂ ਗੋਲੀਬਾਰੀ ਸ਼ੁਰੂ ਹੋਈ ਹੈ ਅਤੇ 6 ਤਰੀਕ ਤੱਕ ਗੁਰੂ ਸਵਾਰੇ ਇਹ ਉੱਥੇ ਤੱਕ ਪਹੁੰਚ ਸਕੇ। ਇੰਨਾ ਸਮਾਂ ਲੱਗ ਗਿਆ। ਖੁਦ ਗੁਰੂ ਸਵਾਰੇ ਇਹ ਦੱਸਦੇ ਨੇ ਕਿ ਜਦੋਂ ਅਸੀਂ ਵੱਡੇ ਵੱਡੇ ਜੰਗ ਯੁੱਧ ਲੜਨਾ ਕੀਤੇ, ਪਾਕਿਸਤਾਨ ਨਾਲ ਜੰਗ ਹੋਇਆ, ਚੀਨ ਨਾਲ ਜੰਗ ਹੋਇਆ, ਬੰਗਲਾਦੇਸ਼ ਨਾਲ ਜੰਗ ਹੋਇਆ, ਅਤੇ ਸਾਡਾ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਨੁਕਸਾਨ ਇਸ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਸਾਡਾ ਨੁਕਸਾਨ ਸਾਡੇ ਫੌਜੀ ਮਾਰੇ ਗਏ ਨੇ। ਅਤੇ ਗੁਰੂ ਸਵਾਰੇ ਦੇਖੋ, ਜਦੋਂ ਇਹਨਾਂ ਜ਼ਾਲਮਾਂ ਨੇ ਫਿਰ ਟੈਂਕ ਅੰਦਰ ਵਾੜਨਾ ਕੀਤੇ ਨੇ, ਟੈਂਕਾਂ ਦੇ ਨਾਲ ਗੁਰੂ ਸਵਾਰੇ ਹਮਲੇ ਕੀਤੇ ਗਏ ਹਰਿਮੰਦਰ ਸਾਹਿਬ ਉੱਤੇ, ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕ ਗੋਲੇ ਦਾਗੇ ਗਏ। ਅਤੇ ਉਦੋਂ ਕਹਿੰਦੇ ਨੇ ਇੱਕ ਟੈਂਕ ਵੱਧਦਾ ਹੋਇਆ, ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਪਾਵਨ ਸਥਾਨ ਹੈ। ਜਦੋਂ ਆਪਾਂ ਪ੍ਰਕਰਮਾਂ ਵਿੱਚ ਜਾਂਦੇ ਹਾਂ ਅਤੇ ਖੱਬੇ ਹੱਥ ਗੁਰੂ ਸਵਾਰੇ ਅਸਥਾਨ ਬਣਿਆ ਹੋਇਆ ਹੈ, ਉੱਥੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ ਸੀ ਜਦੋਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਸੀ ਜ਼ਾਲਮਾਂ ਪਾਸੋਂ, ਸ਼ਹਾਦਤ ਦਾ ਜਾਮ ਪੀਣਾ ਕੀਤਾ ਸੀ। ਕਹਿੰਦੇ ਟੈਂਕ ਵੱਧਦਾ ਹੋਇਆ ਉੱਧਰਲੇ ਪਾਸੇ ਨੂੰ ਆ ਰਹੇ ਆ, ਅਤੇ ਇੱਕ ਗੁਰੂ ਕਾ ਸਿੰਘ ਸੂਰਮਾ ਜਿਹਦਾ ਨਾਮ ਭਾਈ ਮੋਹਰ ਸਿੰਘ, ਕਿਸੇ ਨੇ ਮੇਹਰ ਸਿੰਘ ਲਿਖਣਾ ਕੀਤਾ ਹੈ। ਕਹਿੰਦੇ ਨੇ ਜਦੋਂ ਦੇਖਿਆ ਕਿ ਇਹ ਟੈਂਕ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਵੱਧਦਾ ਆ ਰਿਹਾ ਏ, ਅਤੇ ਉਸ ਸੂਰਮੇ ਨੇ ਆਪਣੇ ਨਾਲ ਬੰਬ ਬੰਨ੍ਹਣਾ ਕੀਤਾ। ਉਹਦੀ ਘਰ ਵਾਲੀ ਹੈ ਪ੍ਰੀਤਮ ਕੌਰ, ਅਤੇ ਗੁਰੂ ਸਵਾਰੇ ਉਹਨਾਂ ਵੀ ਆਪਣੇ ਨਾਲ ਬੰਬ ਬੰਨ੍ਹਿਆ। ਇੱਕ ਬੇਟੀ ਦਾ ਨਾਮ ਹੈ ਬੇਟੀ ਸਤਨਾਮ ਕੌਰ, ਇੱਕ ਬੇਟੀ ਦਾ ਨਾਮ ਹੈ ਵਾਹਿਗੁਰੂ ਕੌਰ। ਅਤੇ ਗੁਰੂ ਸਵਾਰੇ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਨਾਲ ਬੰਬ ਬੰਨ੍ਹ ਕੇ ਅਤੇ ਇਹਨਾਂ ਨੇ ਉਸ ਟੈਂਕ ਉੱਤੇ ਛਾਲਾਂ ਮਾਰਨਾ ਕੀਤੀਆਂ।
ਤੇ ਗੁਰੂ ਸਵਾਰਿਓ ਉਹ ਟੈਂਕ ਨੂੰ ਖਤਮ ਕਰ ਦਿੱਤਾ। ਤੇ ਉਹ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਸਤ ਕਰਕੇ ਵਿਖਲਾਏ, ਜੋ ਆਪਾਂ ਪੜ੍ਹਦੇ ਹਾਂ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਆਪਣੇ ਸਰੀਰ ਦੇ ਚਿੱਥੜੇ ਚਿੱਥੜੇ ਉਡਾਲੇ, ਪਰ ਗੁਰੂ ਸਰੇ ਉਹ ਟੈਂਕ ਨੂੰ ਅੱਗੇ ਨਹੀਂ ਵਧਣ ਦਿੱਤਾ। ਇਹੋ ਜਿਹੇ ਇੱਕ ਨਹੀਂ ਅਨੇਕਾਂ ਸੂਰਮੇ ਸਨ ਜਿਨ੍ਹਾਂ ਦੇ ਜੂਝਣ ਦਾ ਚਾਅ ਪੈਦਾ ਹੋਇਆ ਸੀ। ਤੇ ਜਰਨਲ ਸਵੇਗ ਸਿੰਘ ਜੈਸੇ ਸੂਰਮੇ, ਤੇ ਗੁਰੂ ਸਵਾਰਿਓ ਐਸਾ ਸੂਰਮਾ ਸੀ ਜਿਹਨੇ ਸਾਰੀ ਬਿਉਂਤਬੰਦੀ ਕੀਤੀ ਸੀ। ਕਹਿੰਦੇ ਨੇ ਜਦੋਂ ਇਸ ਤਰ੍ਹਾਂ ਵੱਡੇ ਵੱਡੇ ਜਿਹੜੇ ਇਹਨਾਂ ਦੇ ਫੌਜ ਦੇ ਵੱਡੇ ਵੱਡੇ ਉਹ ਇਸ ਤਰ੍ਹਾਂ ਅੰਦਰ ਹਮਲਾ ਕਰਦੇ ਸਨ, ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਸੀ, ਅਕਾਲ ਦਾ ਵਧਣ ਦੀ ਕੋਸ਼ਿਸ਼ ਕਰਦੇ ਸੀ। ਤੇ ਉਦੋਂ ਜਰਨਲ ਸਵੇਗ ਸਿੰਘ ਅਨੇਕਾਂ ਨੂੰ ਮੌਤ ਦੀ ਘਾਟ ਉਤਾਰਨਾ ਕੀਤਾ। ਕਹਿੰਦੇ ਇਸ ਤਰ੍ਹਾਂ ਫਿਰ ਜਦੋਂ ਇਹ ਸ਼੍ਰੀ ਅਕਾਲ ਤਖਤ ਸਾਹਿਬਾਨ ਨੂੰ ਆ ਰਹੇ ਸੀ ਨਾ, ਤੇ ਇੱਕ ਗੋਲੀ ਛੂੰਕਦੀ ਹੋਈ ਆਈ ਤੇ ਜਰਨਲ ਸਵੇਗ ਸਿੰਘ ਦੇ ਜਾ ਕੇ ਲੱਗੀ ਸੀ। ਅੱਜ ਦਾ ਦਿਨ ਭਾਈ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਗੋਲੀ ਛੂੰਕਦੀ ਹੋਈ ਆਈ, ਜਰਨਲ ਸਵੇਗ ਸਿੰਘ ਦੇ ਜਾ ਕੇ ਲੱਗੀ, ਜ਼ਖਮੀ ਹੋ ਗਏ। ਹੱਥ ਵਿੱਚ ਰਿਵਾਲਵਰ ਪਕੜੀ ਹੋਈ ਹੈ। ਇੱਕ ਸਿੰਘ ਨੂੰ ਫਿਰ ਆਵਾਜ਼ ਦਿੱਤੀ ਕਿ ਮੈਨੂੰ ਸਹਾਰਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਜਾਣਾ ਕਰ। ਸਿੰਘ ਨੇ ਸਹਾਰਾ ਦਿੱਤਾ, ਬੰਦੂਕ ਹੱਥ ਵਿੱਚ ਪਕੜੀ ਹੋਈ ਹੈ। ਤੇ ਗੁਰੂ ਸਵਾਰੇ ਇਸ ਤਰ੍ਹਾਂ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਨੇ ਉਸ ਥਾਂ 'ਤੇ ਜਾ ਕੇ ਪਹੁੰਚੇ। ਜਾ ਕੇ ਉਸ ਸਮੇਂ ਜ਼ਖਮੀ ਹਾਲਤ ਵਿੱਚ ਸੰਤ ਜੀ ਨੇ ਕਹਿੰਦੇ ਜਰਨਲ ਸਵੇਗ ਸਿੰਘ ਨੂੰ ਆਪਣੇ ਕੋਲ ਦੇਖਿਆ ਤੇ ਆਪਣੀ ਗੋਦ ਵਿੱਚ ਦਾ ਸੀਸ ਲਿਆ, ਹੱਥ ਫੇਰਦੇ ਨੇ, ਕਹਿਣ ਲੱਗੇ ਸੰਤ ਜੀ ਮੇਰੀ ਨਿਭ ਚੱਲੀ ਹੈ। ਜਦੋਂ ਮੈਂ ਆਪਣੇ ਘਰੋਂ ਤੁਰਿਆ ਸੀ, ਆਪ ਜੀ ਦੀ ਸੰਗਤ ਪ੍ਰਾਪਤ ਹੋਈ ਸੀ, ਉਦੋਂ ਮੈਂ ਅਰਦਾਸਾ ਸੋਧਿਆ ਸੀ, ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਹੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਜੀ ਦੇ ਪਾਵਨ ਅਸਥਾਨ ਵਿਖੇ ਧਰਮ ਯੁੱਧ ਮੋਰਚੇ 'ਚ ਮੈਂ ਸ਼ਾਮਲ ਹੋਣ ਲਈ ਜਾ ਰਿਹਾ ਹਾਂ। ਕਿਰਪਾ ਕਰਨੀ ਪਾਤਸ਼ਾਹ, ਇਹ ਜਿਹੜੀ ਜਿੰਦ ਹੈ ਨਾ, ਇਹ ਜਿੰਦ ਆਪ ਜੀ ਦੇ ਲੇਖੇ ਲੱਗ ਜਾਵੇ, ਬਸ ਮੈਂ ਸ਼ਹਾਦਤ ਦਾ ਜਾਮ ਪੀ ਲਵਾਂ, ਮੇਰੀ ਮੌਤ ਉਸ ਸਥਾਨ 'ਤੇ ਆਪ ਜੀ ਦੇ ਪਾਵਨ ਸਥਾਨ ਵਿਖੇ ਹੋਵੇ। ਤੇ ਅੱਜ ਗੁਰੂ ਸਵਾਰਿਓ ਜਰਨਲ ਸਵੇਗ ਸਿੰਘ ਇਸ ਜ਼ਖਮੀ ਹਾਲਤ ਵਿੱਚ ਨੇ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਕੋਲ ਬੈਠੇ ਨੇ। ਤੇ ਉਸ ਸਮੇਂ ਗੁਰੂ ਸਵਾਰੇ ਇਸ ਤਰ੍ਹਾਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਅਖੀਰ 'ਤੇ ਇਤਿਹਾਸਕਾਰ ਲਿਖਦੇ ਨੇ, ਸੁਹਿਰਦ ਸੰਤ ਖਾਲਸਾ ਵਿੱਚ ਲਿਖਿਆ ਹੋਇਆ, ਕਹਿੰਦੇ ਨੇ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕੀਤਾ ਗਿਆ ਸੰਤ ਜੀ ਵੱਲੋਂ। ਜਪਜੀ ਸਾਹਿਬ ਦਾ ਪਾਠ ਕੀਤਾ ਗਿਆ ਤੇ ਪਾਠ ਕਰਨ ਉਪਰੰਤ ਜਰਨਲ ਸਵੇਗ ਸਿੰਘ ਜੀ ਅੱਜ ਦਾ ਦਿਨ ਗੁਰੂ ਸਵਾਰੇ ਫਿਰ ਸ਼ਹਾਦਤ ਦਾ ਜਾਮ ਪੀ ਗਏ ਸੀ। ਇਸ ਤਰ੍ਹਾਂ ਦੇ ਬਹੁਤ ਇੱਕ ਜਰਨਲ ਸਵੇਗ ਸਿੰਘ ਇੱਕ ਸੀ, ਪਰ ਅਨੇਕਾਂ ਇਹੋ ਜਿਹੇ ਸੂਰਮੇ ਸਨ ਜਿਨ੍ਹਾਂ ਦਾ ਗੁਰੂ ਸਰ ਸਿੱਖ ਕੌਮ ਕੋਲ ਨਾਮ ਨਹੀਂ ਹੈ। ਸਾਡੇ ਇੰਨੇ ਸ਼ਹੀਦ ਨੇ। ਇੱਕ ਸਾਡੇ ਦੇਖੋ ਜਿੱਥੇ ਜਦੋਂ ਸ਼ਹੀਦਾਂ ਦੀ ਗਿਣਤੀ ਹੁੰਦੀ ਹੈ ਨਾ, ਤੇ ਇੱਕ 18 ਦਿਨ ਦਾ ਬੱਚਾ ਵੀ ਹੈ। 18 ਦਿਨ ਦਾ ਬੱਚਾ ਸਾਡੇ ਇਤਿਹਾਸ ਵਿੱਚ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਲੰਬੇਰੀ ਉਮਰ ਦੇ ਸ਼ਹੀਦ ਨੇ, ਉੱਥੇ ਗੁਰੂ 18 ਦਿਨ ਦਾ ਬੱਚਾ ਵੀ ਹੈ ਜਿਹੜੀ ਮਾਂ ਆਪਣੇ ਦਰਸ਼ਨ ਦੀਦਾਰੇ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਆਈ ਸੀ। ਬੱਚੇ ਨੂੰ ਭੁੱਖ ਲੱਗੀ ਹੈ, ਦੁੱਧ ਚੰਗਾ ਰਹੀ ਹੈ, ਤੇ ਮਾਂ ਦੇ ਗੋਲੀ ਆ ਕੇ ਲੱਗੀ ਅਸਤਨ ਦੇ ਵਿੱਚ, ਤੇ ਉਧਰ ਬੱਚੇ ਨੂੰ ਗੋਲੀ ਲੱਗੀ ਤੇ ਬੱਚਾ ਸ਼ਹੀਦ ਹੋ ਗਿਆ ਸੀ। ਛੋਟੇ ਛੋਟੇ ਪਤਾ ਨਹੀਂ ਕਿੰਨੇ ਬੱਚੇ ਇਸ ਤਰ੍ਹਾਂ ਦੇ। ਤੇ ਇਸ ਤਰ੍ਹਾਂ ਗੁਰੂ ਸਵਾਰੇ ਅੱਜ ਦਾ ਦਿਨ ਜਰਨਲ ਸਵੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸੀ। ਕਿਉਂਕਿ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਦੋਂ ਇਹ ਫੌਜ ਚੜ੍ਹ ਕੇ ਆਈ ਸੀ, ਆਪਣੇ ਮੁੱਖੋਂ ਇਹਨਾਂ ਨੇ ਬਚਨ ਕੀਤੇ, ਸਾਰੇ ਫੌਜ ਨੂੰ ਜਿੰਨੀ ਵੀ ਕੌਮ ਸੀ, ਜਿੰਨੇ ਵੀ ਸਿਰਲੱਤ ਯੋਧੇ ਸੂਰਮੇ ਸਾਹਮਣੇ ਖਲੋਤੇ ਸੀ, ਸਾਰਿਆਂ ਨੂੰ ਆਖਿਆ ਕਿ ਦੇਖੋ ਸਾਡਾ ਇਤਿਹਾਸ ਇਹ ਹੈ, ਅਸੀਂ ਉਹਨਾਂ ਦੀ ਅੰਸ਼ ਵੰਸ਼ ਹਾਂ ਜਿਨ੍ਹਾਂ ਨੇ ਬਿਨਾਂ ਸੀਸ ਤੋਂ ਆਪਣਾ
ਤਲੀ ਉੱਤੇ ਸੀਸ ਰੱਖ ਕੇ ਲੜਨਾ ਕੀਤਾ। ਉਹ ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ, ਉਹ ਉਹਨਾਂ ਦੀ ਆਪਾਂ ਅੰਸ਼ ਬੰਸ ਹਾਂ। ਉਹ ਸਾਡੇ ਵੱਡੇ ਵਡੇਰੇ ਨੇ ਜਿਨ੍ਹਾਂ ਨੇ ਧਰਮ ਦੇ ਲਈ ਆਪਣਾ ਬੰਦ ਕਟਾਣਾ ਕੀਤਾ, ਆਪਣੇ ਸੀਸ ਦੀਆਂ ਖੋਪੜੀਆਂ ਲੋਹਾਣਾ ਕੀਤੀਆਂ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਜੈਸੇ ਸੂਰਮੇ, ਉਹਨਾਂ ਦੀ ਆਪਾਂ ਅੰਸ਼ ਬੰਸ਼ ਹਾਂ ਜਿਨ੍ਹਾਂ ਨੇ ਗੁਰੂ ਸਰ ਉਬਲਦੇ ਦੇਗੀਆਂ ਵਿੱਚ ਬੈਠਣਾ ਕੀਤਾ। ਭਾਈ ਦਿਆਲੇ ਜੈਸੇ। ਤੇ ਇਸੇ ਪ੍ਰਕਾਰ ਗੁਰੂ ਸਵਾਰਿਓ ਭਾਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਖੁਦ ਤੱਤੀ ਤਵੀ 'ਤੇ ਬੈਠੇ ਉਬਲਦੇ ਦੇਗੇ ਵਿੱਚ ਬੈਠੇ ਨੇ। ਤੇ ਸੰਤ ਜੀ ਦੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਬਚਨਾਂ ਉੱਤੇ ਇੰਨੇ ਸਿੰਘ ਜਿਹੜੇ ਸੂਰਮੇ ਸੀ ਪ੍ਰਭਾਵਿਤ ਹੁੰਦੇ ਸਿੰਘ ਕਿ ਜੂਝਣ ਲਈ ਸਾਰੇ ਨੇ ਚਾਅ ਪੈਦਾ ਕਰ ਕਿ ਆਪਾਂ ਵੀ ਜੂਝਣਾ ਹੈ। ਉਹ ਵੱਖਰੀ ਗੱਲ ਹੈ। ਗੁਰੂ ਸਾਹਿਬ ਜਿੱਥੇ ਕੌਮ ਦਾ ਬਹੁਤ ਵੱਡਾ ਨੁਕਸਾਨ ਵੀ ਹੋਇਆ ਹੈ, ਉੱਥੇ 84 ਤੋਂ ਬਾਅਦ ਬਹੁਤ ਸਾਰੇ ਫਿਰ ਸਿੱਖਾਂ ਦੇ ਵਿੱਚ ਜਿੱਥੇ ਘਾਣ ਹੋਇਆ, ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਉਸ ਤੋਂ ਬਾਅਦ ਦਿੱਲੀ ਵਿੱਚ ਗੁਰੂ ਸਾਹਿਬ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਗਏ, ਬਹੂ ਬੇਟੀਆਂ ਦੀ ਪੱਤ ਇੱਜ਼ਤ ਲੁੱਟੀ ਗਈ। ਇਹੋ ਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰੀਆਂ ਜੋ ਅੱਜ ਵੀ ਆਪਾਂ ਨਹੀਂ ਭੁਲਾ ਸਕਦੇ ਹਾਂ। ਰਹਿੰਦੀ ਦੁਨੀਆ ਤੱਕ ਸਿੱਖਾਂ ਨੂੰ ਗੁਰੂ ਸਾਹਿਬ ਨਾ ਇਹ 84 ਜੂਨ 1984 ਤੇ ਜਦੋਂ ਦਿੱਲੀ ਵਿਖੇ ਦੰਗੇ ਜੋ ਹੋਏ ਨੇ, ਦਿੱਲੀ ਵਿਖੇ ਜੋ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਇਹ ਰਹਿੰਦੀ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਨਹੀਂ ਭੁੱਲ ਸਕਦੀ ਹੈ। ਅੱਜ ਆਖਿਆ ਜਾਂਦਾ ਨਾ ਕਿ ਪਿਛਲਾ ਭੁੱਲ ਜਾਓ, ਅੱਗੇ ਆਪਣੀ ਜ਼ਿੰਦਗੀ ਬਤੀਤ ਕਰੋ। ਕਿਵੇਂ ਭੁੱਲ ਜਾਈਏ? ਕਿਉਂਕਿ ਸਾਡਾ ਗੁਰਧਾਮ, ਸਾਡਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਹੈ, ਸਾਡੀ ਸ਼ਰਮੌਰ ਗੁਰੂ ਸਵਾਰੇ ਇਹ ਤਖਤ ਹੈ ਜਿੱਥੋਂ ਸਮੁੱਚਾ ਪੰਥ ਸੇਧ ਲੈਂਦਾ ਹੈ। ਉਹ ਹਰਮੰਦਰ, ਜਿਸ ਹਰਮੰਦਰ ਦੇ ਵਿੱਚ ਗੁਰੂ ਸਵਾਰੇ ਸਿੱਖਾਂ ਦਾ ਹਿਰਦਾ ਹੈ, ਸਾਡੇ ਹਿਰਦੇ ਵਿੱਚ ਜਦੋਂ ਵੀ ਹਰਮੰਦਰ ਸਾਹਿਬ ਦਾ ਨਾਮ ਆਉਂਦਾ, ਸਾਡਾ ਕੇਂਦਰੀ ਅਸਥਾਨ ਹੈ। ਹਰ ਇੱਕ ਗੁਰੂ ਨਾਨਕ ਲੇਵਾ ਸਿੱਖ ਦਾ ਸੀਸ ਝੁਕ ਜਾਂਦਾ। ਕਿਵੇਂ ਭੁੱਲ ਜਾਈਏ? ਦੇਖੋ, ਇੱਕ ਤਸਵੀਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਇੱਕ ਤਸਵੀਰ ਤੋਂ ਡਰਦੇ ਨੇ। ਹੁਣ ਘੱਲੂਘਾਰੇ ਦਿਨ ਨੇ, ਥਾਵਾਂ ਦੇ ਪੁਲਿਸ ਖੜੀ ਹੋਈ ਹੈ, ਫੌਜਾਂ ਲੱਗੀਆਂ ਨੇ ਤੇ ਕਹਿੰਦੇ ਨੇ ਤਸਵੀਰਾਂ ਨਹੀਂ ਲਾਉਣੀਆਂ, ਆਹ ਨਹੀਂ ਕਰਨਾ। ਪਰ ਜੇਕਰ ਅੱਜ ਦੇਖੀਏ, ਗੁਰੂ ਸਾਹਿਬ ਨੌਜਵਾਨਾਂ ਨੇ ਆਪਣੇ ਸਰੀਰ ਉੱਤੇ ਵਸਤਰ ਪਹਿਨੇ ਨੇ, ਟੀ-ਸ਼ਰਟਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀਆਂ ਬਣੀਆਂ ਹੋਈਆਂ ਨੇ, ਤਸਵੀਰ ਛਾਪੀ ਹੋਈ ਹੈ। ਗੱਡੀਆਂ ਚੱਲੀਆਂ, ਗੱਡੀਆਂ ਉੱਤੇ ਸਟੀਕਰ ਲੱਗੇ ਹੋਏ ਨੇ। ਬੇਸ਼ੱਕ ਆਪਾਂ ਇਹਨਾਂ ਤਸਵੀਰਾਂ ਨੂੰ ਮਿਟਾ ਦਿਆਂਗੇ, ਪਰ ਜਿਹੜੀ ਅੰਦਰ ਤਸਵੀਰ ਬਣ ਗਈ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ, ਉਸ ਤਸਵੀਰ ਨੂੰ ਆਪਾਂ ਕਿਵੇਂ ਮਿਟਾ ਦੇਵਾਂਗੇ? ਉਹ ਨਹੀਂ ਮਿਟੇਗੀ, ਕਿਉਂਕਿ ਐਸਾ ਮਹਾਨ ਯੋਧਾ ਸੀ ਜਿਨ੍ਹਾਂ ਗੁਰੂ ਸਾਹਿਬ ਜੋ ਬਚਨ ਕੀਤੇ, ਉਸ ਬਚਨ ਨੂੰ ਸੱਤ ਕਰਕੇ ਵਿਖਲਾਇਆ। ਇਹ ਸ਼ਹਾਦਤ ਐਵੇਂ ਨਹੀਂ ਦਿੱਤੀ ਜਾਂਦੀ ਹੈ। ਸ਼ਹਾਦਤ ਦੇਣ ਦੇ ਲਈ ਗੁਰੂ ਸਾਹਿਬ ਕਮਾਈ ਕਰਨੀ ਪੈਂਦੀ ਹੈ। ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਨਿਤਾ ਪ੍ਰਤੀ 101 ਜਪਜੀ ਸਾਹਿਬ ਦਾ ਪਾਠ ਕਰਦੇ ਸੀ। ਦਮਦਮੀ ਟਕਸਾਲ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਏ 101 ਜਪਜੀ ਸਾਹਿਬ ਦਾ ਪਾਠ। ਤੇ ਸਾਡੀ ਹਾਲਤ ਇਹੋ ਜਿਹੀ ਹੈ ਕਿ ਆਪਾਂ ਇੱਕ ਵੀ ਨਹੀਂ ਕਰਦੇ। ਬਹੁਤ ਤਾਦਾਦ ਵਿੱਚ ਸਿੱਖਾਂ ਦੇ ਬੱਚੇ, ਸਿੱਖਾਂ ਦੇ ਘਰਾਂ ਵਿੱਚ ਜਿੱਥੋਂ ਸਾਡੀ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਤੋਂ ਹੋਣੀ ਚਾਹੀਦੀ ਹੈ, ਗੁਰਮੰਤਰ ਮੂਲ ਮੰਤਰ ਤੋਂ ਹੋਣੀ ਚਾਹੀਦੀ ਹੈ, ਉਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਮਾਫ਼ ਕਰਨਾ ਗੁਰੂ ਸਾਹਿਬ ਬਿਲਕੁਲ ਵੀ ਨਾ ਗੁਰਮੰਤਰ, ਨਾ ਮੂਲ ਮੰਤਰ, ਨਾ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਹਾਲਾਂਕਿ ਸਿੱਖਾਂ ਨੂੰ ਤਾਂ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ। ਸਿਆਣਿਆਂ ਦਾ ਕਥਨ ਹੈ, ਬਾਣੀ ਕੰਠ ਪੈਸਾ ਗੰਢ। ਜਿਹੜਾ ਬਾਣੀ ਕਹਿੰਦੇ ਜਿਹੜੇ ਕੰਠ ਹੋਵੇ। ਪੁਰਾਤਨ ਸਿੰਘਾਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਸਿੰਘ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿ ਕੇ ਜੰਗਲਾਂ ਵਿੱਚ ਰਹਿੰਦੇ ਨੇ, ਰਾਤਾਂ ਬਤੀਤ ਕਰਦੇ, ਕੋਈ ਘਰ ਘਾੜ ਨਹੀਂ ਹੈ, ਤੇ ਉੱਥੇ ਹੀ ਬੈਠ ਕੇ ਸਿੰਘ ਆਪਣਾ ਨਿੱਤ ਦਾ ਨਿਯਮ ਨਿਭਾਉਂਦੇ ਨੇ। ਨਿੱਤ ਦਾ ਨਿਯਮ ਨਿਭਾਉਣਾ, ਨਿਤਨੇਮ ਕਰਨਾ, ਤੇ ਫਿਰ ਆਪਣਾ ਆਸਾ ਦੀ ਵਾਰ ਪੜ੍ਹਨੀ, ਸੁਖਨੀ ਸਾਹਿਬ ਦਾ ਜਾਪ ਕਰਨਾ, ਪੰਜ ਗ੍ਰੰਥੀ ਦਾ ਨਿਤਨੇਮ ਕਰਨਾ।
ਕਈ ਐਸੇ ਸਨ 22-12 ਦਾ, ਜਦ 22-12 ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਅਤੇ 22-12 ਪੜ੍ਹਦੇ ਸੀ। ਉਹਨਾਂ ਨੂੰ ਬਾਣੀਆਂ ਕੰਠ ਸੀ। ਕਾਰਨ ਕੀ? ਕਿ ਨਿੱਤ ਦਾ ਅਭਿਆਸ ਬਣਿਆ ਹੋਇਆ ਸੀ। ਅੱਜ ਸਾਡੇ ਕੋਲ ਗੁਰਬਾਣੀ ਦੀਆਂ ਪੋਥੀਆਂ ਨੇ, ਗੁਰਬਾਣੀ ਗੁਟਕੇ ਸਾਹਿਬ ਛਾਪੇ ਹੋਏ ਨੇ, ਘਰ ਘਰ ਵਿੱਚ ਪਏ ਹੋਏ ਨੇ, ਪਰ ਇਸੇ ਤਰ੍ਹਾਂ ਹੀ ਉਹ ਰੁਮਾਲਿਆਂ ਵਿੱਚ ਢੱਕੇ ਪਏ ਹੋਏ, ਬਿਲਕੁਲ ਖੋਲ੍ਹ ਕੇ ਨਹੀਂ ਦੇਖੇ। ਆਪਾਂ ਕਹਿੰਦੇ ਨੇ ਜਦੋਂ ਆਪਾਂ ਆਪਣੀ ਜ਼ਿੰਦਗੀ 'ਚ ਵਿਚਰਦੇ ਹਾਂ ਕਿ ਸਾਨੂੰ ਕਾਮਯਾਬੀਆਂ ਨਹੀਂ ਮਿਲ ਰਹੀਆਂ ਜੀ, ਅਸੀਂ ਕਿਸੇ ਕੰਮ ਨੂੰ ਹੱਥ ਪਾਉਂਦੇ ਆ, ਉਹ ਕੰਮ ਵਿੱਚ ਫੇਲ ਹੋ ਜਾਂਦੇ। ਕਿਉਂ ਹੁੰਦੇ ਨੇ? ਕਿਉਂਕਿ ਤੇਰੀ ਜ਼ਿੰਦਗੀ ਉੱਤੇ ਘੱਟਾ ਪਿਆ ਹੋਇਆ। ਘੱਟਾ ਕਿਉਂ ਪਿਆ ਹੋਇਆ? ਕਿ ਕਦੇ ਤਾਂ ਜਿਹੜੀ ਘਰ ਵਿੱਚ ਗੁਰਬਾਣੀ ਦੀਆਂ ਪੋਥੀਆਂ ਪਈਆਂ ਹੋਈਆਂ ਨੇ, ਉਹਨਾਂ ਪੋਥੀਆਂ ਨੂੰ ਖੋਲ੍ਹ ਕੇ ਕਦੇ ਦੇਖਣਾ ਨਹੀਂ ਕੀਤਾ। ਖੋਲ੍ਹ ਕੇ ਦੇਖੋ ਅਤੇ ਹੱਥ ਫੇਰ ਕੇ ਦੇਖ, ਉੱਤੋਂ ਤੈਨੂੰ ਮਿੱਟੀ ਘੱਟਾ ਦਿਖੇਗਾ। ਜਿਉਂ-ਜਿਉਂ ਤੂੰ ਉਹ ਆਪਣੇ ਹੱਥਾਂ ਨਾਲ ਸਾਫ਼ ਕਰਦਾ ਜਾਵੇਗਾ ਅਤੇ ਨਾਲ ਪੜ੍ਹਦਾ ਜਾਵੇਗਾ ਸਿੱਖਾ, ਤਿਉਂ-ਤਿਉਂ ਤੇਰੇ ਹਿਰਦੇ ਅੰਦਰ ਫਿਰ ਸ਼ੁਭ ਗੁਣ ਪੈਦਾ ਹੋਣ, ਤੇਰੀ ਕਿਸਮਤ ਅੱਗੇ ਫਿਰ ਇਹ ਜਾਗਦੀ ਜਾਵੇਗੀ। ਜਿਹੜਾ ਤੇਰੀ ਜ਼ਿੰਦਗੀ 'ਚ ਘੱਟਾ ਪਿਆ ਹੋਇਆ ਨਾ, ਉਹ ਘੱਟਾ ਫਿਰ ਆਪਣੇ ਆਪ ਸਤਿਗੁਰ ਦੀ ਬਾਣੀ ਨੇ ਦੂਰ ਕਰ ਦੇਣਾ ਹੈ। ਇਸ ਕਰਕੇ ਜ਼ਰੂਰੀ ਹੈ ਬਾਣੀ ਪੜ੍ਹਨੀ, ਬਾਣੀ ਨੂੰ ਵਿਚਾਰਨਾ ਜ਼ਰੂਰੀ ਹੈ। ਜੇ ਆਪਾਂ ਬਾਣੀ ਪੜ੍ਹਾਂਗੇ ਨਾ, ਬਾਣੀ ਪੜ੍ਹ ਕੇ ਹੀ ਸਾਡੇ ਜੀਵਨ ਦਾ ਨਿਰਵਾਹ ਹੋਣਾ ਹੈ। ਜਿਵੇਂ ਸਾਨੂੰ ਸਰੀਰ ਨੂੰ ਚਲਾਉਣ ਲਈ ਸਾਡੀ ਸਰੀਰ ਦੀ ਖੁਰਾਕ ਹੈ ਭੋਜਨ, ਭੋਜਨ ਤੋਂ ਬਿਨਾਂ ਆਪਾਂ ਨਹੀਂ ਰਹਿ ਸਕਦੇ ਹਾਂ। ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਮਨ ਦੀ ਸਾਡੀ ਖੁਰਾਕ ਹੈ ਸਾਹਿਬਾਂ ਦੀ ਬਾਣੀ। ਜਦੋਂ ਕਿ ਸਾਹਿਬਾਂ ਸਿੱਖ ਦੀ ਖੁਰਾਕ ਕੀ ਹੈ? ਸਿੱਖ ਦੇ ਮਨ ਦੀ ਖੁਰਾਕ ਸਾਹਿਬਾਂ ਦੀ ਬਾਣੀ, ਗੁਰਮੰਤਰ, ਮੂਲ ਮੰਤਰ। ਜਦੋਂ ਸਿੱਖ ਇਹ ਨਹੀਂ ਪੜ੍ਹਦਾ, ਇਹ ਨਹੀਂ ਵਿਚਾਰਦਾ, ਅਤੇ ਉਦੋਂ ਤੱਕ ਸਿੱਖ ਦੀ ਭੁੱਖ ਨਹੀਂ ਮਿਟਦੀ ਹੈ। ਭਾਗਾਂ ਵਾਲੇ ਨੇ ਉਹ ਸਿੱਖ ਜਿਹੜੇ ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਉਹਨਾਂ ਉੱਤੇ ਬੜੀ ਬਖਸ਼ਿਸ਼ ਹੈ ਗੁਰੂ ਸਾਹਿਬਾਨ ਦੀ। ਹੁਣ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ, ਜਿਹੜੇ ਗੁਰੂ ਸਾਹਿਬ ਜਿਨ੍ਹਾਂ ਦੇ ਬਾਬਤ ਲਿਖਿਆ ਕਿ 101 ਜਪਜੀ ਸਾਹਿਬ ਦਾ ਪਾਠ ਕਰਦੇ ਸੀ, ਅਤੇ ਕਿੰਨੀ ਕਮਾਈ ਹੋਵੇਗੀ। ਐਵੇਂ ਨਹੀਂ ਇਹ ਸ਼ਹਾਦਤ ਦਾ ਜਾਮ ਪੀਤਾ ਗਿਆ। ਜੇ ਗੁਰੂ ਸਵਾਰਿਓ ਨਾਮ ਦੇ ਰੱਸੀਏ ਸੀ ਨਾ, ਅਤੇ ਨਾਮ ਦੇ ਰੱਸੀਏ ਹੋਣ ਕਰਕੇ ਹੀ ਇਹ ਸਾਰੀਆਂ ਖੇਡਾਂ ਵਰਤੀਆਂ ਨੇ। ਦੇਖੋ ਇੱਕ ਪਾਸੇ ਕਹਿੰਦੇ ਨੇ, ਦੇਖੋ ਕਿ ਸੰਤ ਜੀ ਅਨਪੜ੍ਹ ਸੀ ਜੀ, 5 ਪੜ੍ਹੇ ਹੋਏ ਸੀ, 5-7 ਪੜ੍ਹੇ ਹੋਏ ਸੀ, ਪਰ ਜਦੋਂ ਉਹਨਾਂ ਦੇ ਆਪਾਂ ਲੈਕਚਰ ਸੁਣਦੇ ਹਾਂ, ਜਦੋਂ ਕੋਈ ਪੱਤਰਕਾਰ ਆ ਕੇ ਉਹਨਾਂ ਨੂੰ ਸਵਾਲ ਕਰਦਾ, ਅਤੇ ਇਸ ਤਰੀਕੇ ਨਾਲ ਉੱਤਰ ਦਿੰਦੇ ਸਨ ਕਿ ਵੱਡੇ ਵੱਡੇ ਪੱਤਰਕਾਰਾਂ ਦੀ, ਵੱਡੇ ਵੱਡੇ ਵਕੀਲਾਂ ਦੀਆਂ ਬੋਲਤੀਆਂ ਬੰਦ ਹੋ ਜਾਂਦੀਆਂ ਸਨ। ਹਿੰਦੁਸਤਾਨ ਦਾ ਵੱਡਾ ਵਕੀਲ ਜੇਠ ਮਲਾਨੀ, ਭਾਰਤ ਸਰਕਾਰ ਨੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਕੋਲ ਇਹਨੂੰ ਭੇਜਣਾ ਕੀਤਾ। ਸੰਤ ਜੀ ਨੂੰ ਸਵਾਲ ਕੀਤੇ। ਪਹਿਲਾ ਸਵਾਲ ਕੀਤਾ ਗਿਆ ਕਿ ਆਪ ਜੀ ਸੰਤ ਹੋ? ਸੰਤ ਜੀ ਨੇ ਅੱਗੋਂ ਉੱਤਰ ਦੇਣਾ ਕੀਤਾ ਕਿ ਨਹੀਂ। ਕਹਿਣ ਲੱਗੇ, ਜੇ ਤੁਸੀਂ ਸੰਤ ਨਹੀਂ ਹੋ, ਫਿਰ ਤੁਸੀਂ ਆਪਣੇ ਆਪ ਨੂੰ ਸੰਤ ਕਿਉਂ ਕਹਾਉਂਦੇ ਹੋ? ਦੁਨੀਆ ਦੇ ਲੋਕ ਤੁਹਾਨੂੰ ਸੰਤ ਕਿਉਂ ਆਖਦੇ ਨੇ? ਅੱਗੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਕੀਤੇ। ਕਹਿਣ ਲੱਗੇ, ਲੋਕਾਂ ਨੂੰ ਪੁੱਛੋ, ਦੁਨੀਆ ਨੂੰ ਪੁੱਛੋ, ਮੈਂ ਨਹੀਂ ਆਖਦਾ ਕਿ ਮੈਂ ਸੰਤ ਹਾਂ। ਫਿਰ ਦੂਜਾ ਸਵਾਲ ਕੀਤਾ। ਕਹਿਣ ਲੱਗੇ, ਇਹ ਦੱਸੋ ਤੁਸੀਂ ਇਹ ਹਥਿਆਰ ਕਿਉਂ ਰੱਖੇ ਹੋਏ ਨੇ? ਵੱਡੀ ਕਿਰਪਾਨ ਪਹਿਨੀ ਹੋਈ ਹੈ, ਸ਼ਸਤਰ ਕੋਲ ਹੈ ਤੁਹਾਡੇ, ਇਹ ਵੱਡੇ ਵੱਡੇ ਹਥਿਆਰ ਰੱਖੇ ਹੋਏ ਨੇ। ਅਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉੱਤਰ ਦੇਣਾ ਕੀਤਾ ਕਿ ਸਾਡੇ ਗੁਰੂ ਦਾ ਹੁਕਮ ਹੈ। ਜਿਵੇਂ ਕਲਗੀਧਰ ਪਾਤਸ਼ਾਹ ਬਚਨ ਪੜ੍ਹਦੇ ਆ ਨਾ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਜਹ ਹਮਾਰੇ ਪੀਰ ਤੀਰ ਤੂੰ ਹੀ ਸਹਿਤੀ ਤੂੰ ਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਾਰ। ਕਿ ਸਾਡੇ ਗੁਰੂ ਦਾ ਹੁਕਮ ਹੈ,
ਗੁਰੂ ਨੇ ਇਹਨਾਂ ਤਿੰਨ ਸ਼ਾਸਤਰਾਂ ਨੂੰ ਆਪਣਾ ਪੀਰ ਮੰਨਣਾ ਕੀਤਾ। ਗਾਡੇ ਗੁਰੂ ਕਹਿੰਦਾ ਕਿ ਸ਼ਾਸਤਰਾਂ ਦੀ ਪੂਜਾ ਕਰਨੀ ਹੈ। ਇਹ ਸਾਡੇ ਜਿਹੜੇ ਸ਼ਾਸਤਰ ਨੇ ਇਹ ਆਪਣੀ ਰੱਖਿਆ ਦੇ ਰੱਖੇ ਹੋਏ ਨੇ। ਜੇ ਕੋਈ ਸਾਡੇ ਉੱਤੇ ਚੜ੍ਹ ਕੇ ਆਵੇ ਅਸੀਂ ਸ਼ਾਸਤਰ ਨਾਲ ਜਵਾਬ ਦੇ ਸਕਦੇ ਹਾਂ। ਜੇਕਰ ਕਿਸੇ ਉੱਤੇ ਜ਼ੁਲਮ ਹੁੰਦਾ ਹੋਵੇ ਤੇ ਜ਼ੁਲਮ ਵੇਲੇ ਸਾਡੇ ਗੁਰੂ ਨੇ ਆਖਿਆ ਕਿ ਇਹ ਸ਼ਾਸਤਰ ਉਠਾਉਣਾ ਹੈ। ਤੇ ਜੇਠ ਮਲਾਨੀ ਆਖਣ ਲੱਗਿਆ, ਕਹਿਣ ਲੱਗਿਆ ਫਿਰ ਤੁਹਾਨੂੰ ਪਤਾ ਹੈ ਇਹਨਾਂ ਸ਼ਾਸਤਰਾਂ ਦੇ ਨਾਲ ਅਸ਼ਾਂਤੀ ਫੈਲਦੀ ਹੈ, ਸ਼ਾਂਤੀ ਭੰਗ ਹੁੰਦੀ ਹੈ। ਤੇ ਅੱਗੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉੱਤਰ ਦੇਣਾ ਕੀਤਾ। ਕਹਿਣ ਲੱਗੇ ਤੁਸੀਂ ਇਹ ਕਹਿੰਦੇ ਹੋ ਕਿ ਇਹਨਾਂ ਸ਼ਾਸਤਰਾਂ ਨਾਲ ਅਸ਼ਾਂਤੀ ਫੈਲਦੀ ਹੈ, ਸ਼ਾਂਤੀ ਭੰਗ ਹੁੰਦੀ ਹੈ। ਕਹਿਣ ਲੱਗੇ ਇੰਝ ਕਰੋ, ਜਿੰਨੇ ਵੀ ਫਿਰ ਪਾਕਿਸਤਾਨ ਦੇ ਬਾਰਡਰ ਉੱਤੇ, ਚੀਨ ਦੇ ਬਾਰਡਰ ਉੱਤੇ, ਬੰਗਲਾਦੇਸ਼ ਦੇ ਬਾਰਡਰ ਉੱਤੇ, ਵੱਖਰੇ ਵੱਖਰੇ ਬਾਰਡਰਾਂ ਉੱਤੇ ਤੁਸੀਂ ਫੌਜਾਂ ਨੂੰ ਲਾਇਆ ਹੋਇਆ ਹੈ, ਜਿਹਨਾਂ ਤੋਪਾਂ ਸਿੱਧੀਆਂ ਕੀਤੀਆਂ ਹੋਈਆਂ ਨੇ, ਉਹ ਸਾਰੀ ਫੌਜ ਪਿੱਛੇ ਹਟਾ ਲਵੋ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾ ਥੋੜ੍ਹੇ ਸਮੇਂ 'ਚ ਕਿ ਸ਼ਾਂਤੀ ਫੈਲਦੀ ਹੈ ਕਿ ਸ਼ਾਂਤੀ ਭੰਗ ਹੁੰਦੀ ਹੈ, ਅਸ਼ਾਂਤੀ ਫੈਲਦੀ ਹੈ। ਤੇ ਜੇਠ ਮਲਾਨੀ ਗੁਰੂ ਸਵਾਰੇ ਉਸ ਸਮੇਂ ਉੱਠ ਕੇ ਚਲਿਆ ਗਿਆ ਤੇ ਉਹਨੇ ਆਪਣੀ ਹਾਰ ਕਬੂਲ ਕਰਨਾ। ਜਿਹੜਾ ਐਡਾ ਵੱਡਾ ਸੁਪਰੀਮ ਕੋਰਟ ਦਾ ਵਕੀਲ ਜਿਹਦੇ ਦਲੀਲਾਂ ਅੱਗੇ ਵੱਡੇ ਵੱਡੇ ਫੇਲ ਹੋ ਜਾਂਦੇ ਸਨ, ਇੱਕ ਜਿਹਨੂੰ ਇਹ ਲੋਕ ਲਿਖਦੇ ਨੇ ਕਿ ਅਨਪੜ੍ਹ ਸੀ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ, ਇਸ ਤਰੀਕੇ ਨਾਲ ਗੁਰੂ ਸਰੇ ਹਾਜ਼ਰ ਜਵਾਬ ਦੇਣਾ ਕੀਤਾ ਕਿ ਬੋਲਤੀ ਬੰਦ ਕਰਵਾ ਦਿੱਤੀ। ਕਿੱਥੋਂ ਇਹ ਗੱਲਾਂ ਆਈਆਂ, ਕਿੱਥੋਂ ਗੁਰੂ ਸਵਾਰੇ ਇਹ ਗੁਣ ਸੀ? ਇਹ ਬਾਣੀ ਪੜ੍ਹ ਕੇ ਸਿਮਰਨ ਕਰਕੇ ਇਹ ਗੁਣ ਹਿਰਦੇ ਦੇ ਅੰਦਰ ਪੈਦਾ ਹੋਏ ਸਨ। ਸੋ ਅੱਜ ਜਨਰਲ ਸੁਬੇਗ ਸਿੰਘ ਜੀ ਅੱਜ ਸ਼ਹੀਦੀ ਦਿਹਾੜਾ ਹੈ। ਕੱਲ੍ਹ ਨੂੰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਦੀ ਸ਼ਹੀਦੀ ਦਿਹਾੜੇ ਬਾਬਤ ਵਿਚਾਰ ਕੀਤੀ ਜਾਵੇਗੀ। ਤੇ ਕੱਲ੍ਹ ਨੂੰ ਹੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਵੀ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ